ਸਤਿ ਸ਼੍ਰੀ ਅਕਾਲ, ਸਲਾਮ ਦੋਸਤੋ। ਇਜ਼ਰਾਈਲ ਫਲਸਤੀਨ ਦਾ ਝਗੜਾ ਦੁਨੀਆ ਦੇ ਵੱਡੇ ਝਗੜਿਆਂ 'ਚੋਂ ਇੱਕ ਹੈ। ਇਹ ਝਗੜਾ 20ਵੀਂ ਸਦੀ 'ਚ ਵੀ ਵੱਡੇ ਝਗੜਿਆਂ 'ਚ ਇੱਕ ਬਣਿਆ ਰਿਹਾ। ਪਰ ਇਹ ਝਗੜਾ ਇੰਨਾ ਹੀ ਨਹੀਂ, ਇਹ ਸੈਂਕੜੇ ਹਜ਼ਾਰਾਂ ਸਾਲ ਪੁਰਾਣਾ ਹੈ। ਸੋਚਣ ਵਾਲਾ ਸੋਚਦਾ ਹੈ ਕਿ ਦੁਨੀਆ ਦੀਆਂ ਇੰਨੀਆਂ ਵੱਡੀਆਂ ਤਾਕਤਾਂ ਤੇ ਤਾਕਤਵਰ ਸੰਸਥਾਵਾਂ ਵੀ ਇਸ ਝਗੜੇ ਨੂੰ ਖਤਮ ਕਿਉਂ ਨਹੀਂ ਕਰ ਪਾ ਰਹੀਆਂ। ਮੈਡੀਟਰੇਨੀਅਨ ਸਾਗਰ ਦੇ ਕੰਢੇ ਤੇ ਮੱਧ ਪੂਰਬ 'ਚ ਵਸਿਆ ਮੁਲਕ ਇਜ਼ਰਾਈਲ, ਜੋ ਕਿ ਦੁਨੀਆ ਦੀ ਮਹੱਤਵਪੂਰਨ ਤਾਕਤ ਅਖਵਾਉਂਦਾ ਹੈ। ਇਸ ਦੇ ਉੱਤਰ 'ਚ ਲਿਬਨਾਨ, ਪੂਰਬ 'ਚ ਜਾਰਡਨ, ਦੱਖਣ ਪੱਛਮ 'ਚ ਮਿਸਰ ਹੈ। ਨਕਸ਼ੇ 'ਚ ਦੇਖਣ ਮੁਤਾਬਕ ਜਾਰਡਨ ਦੇ ਪੱਛਮ 'ਚ ਜੋ ਇਲਾਕਾ ਹੈ, ਫਲਸਤੀਨ ਦੇ ਨਕਸ਼ੇ 'ਚ ਉਸ ਨੂੰ ਵੈਸਟ ਬੈਂਕ ਕਿਹਾ ਜਾਂਦਾ ਹੈ, ਤੇ ਇਜ਼ਰਾਈਲ ਦੇ ਬਿਲਕੁਲ ਪੱਛਮ 'ਚ ਇੱਕ ਛੋਟੀ ਜਿਹੀ ਪੱਟੀ ਹੈ ਜਿਸ ਨੂੰ ਗਾਜ਼ਾ ਪੱਟੀ ਕਿਹਾ ਜਾਂਦਾ ਹੈ। ਇਹ ਵੀ ਫਲਸਤੀਨ ਦਾ ਹਿੱਸਾ ਹੀ ਹੈ, ਭਾਵ ਇਜ਼ਰਾਈਲ ਦੇ ਅੰਦਰ ਹੀ ਫਲਸਤੀਨ ਹੈ। ਜੇਰੂਸਲਮ, ਜੋ ਕਿ ਇਜ਼ਰਾਈਲ ਤੇ ਫਲਸਤੀਨ ਦੋਹਾਂ 'ਚ ਪੈਂਦਾ ਹੈ, ਇਸ ਸ਼ਹਿਰ ਦੇ ਨਾਲ ਇਤਿਹਾਸਕ ਪਿਛੋਕੜ ਯਹੂਦੀ, ਮੁਸਲਿਮ, ਈਸਾਈ ਸਾਰੇ ਜੋੜਦੇ ਨੇ। ਇਸ ਦੇ ਕਬਜ਼ੇ ਤੇ ਦਾਅਵੇ ਤੋਂ ਸਾਰੇ ਫਸਾਦ ਸ਼ੁਰੂ ਹੋਏ ਹਨ। ਇਹਨਾਂ ਚੀਜ਼ਾਂ ਦੀ ਸ਼ੁਰੂਆਤ 1047 BC 'ਚ ਹੁੰਦੀ ਹੈ, ਜਦੋਂ ਉੱਥੇ ਰਾਜਾ ਸੋਲੋਮਨ ਦਾ ਰਾਜ ਸੀ। ਉਸ ਸਮੇਂ ਇਜ਼ਰਾਈਲ ਦੀ ਰਾਜਧਾਨੀ ਜੇਰੂਸਲਮ ਸੀ। ਉਸ ਸਮੇਂ ਸੋਲੋਮਨ ਨੇ ਯਹੂਦੀਆਂ ਦਾ ਪਹਿਲਾ ਮੰਦਰ ਬਣਵਾਇਆ ਸੀ। ਇਸ ਦਾ ਨਾਮ ਮਾਊਂਟ ਮੰਦਰ ਹੈ। ਇਹ ਮੰਦਰ 'ਚ ਯਹੂਦੀ ਲੋਕ ਪੂਜਾ ਕਰਦੇ ਸੀ। ਇਸ ਤੋਂ ਬਾਅਦ 586 ਈਸਾ ਪੂਰਵ 'ਚ ਬੇਬੀਲੋਨੀਅਨ ਆ ਕੇ ਇਸ ਮੰਦਰ ਨੂੰ ਤੋੜ ਦਿੰਦੇ ਨੇ। ਇਸ ਤੋਂ ਬਾਅਦ ਪਾਰਸੀ ਆਉਂਦੇ ਨੇ, ਉਹ ਆ ਕੇ ਮੰਦਰ ਦਾ ਪੁਨਰ ਨਿਰਮਾਣ ਕਰਾਉਂਦੇ ਨੇ, ਪਰ ਇਸ ਮੰਦਰ ਦਾ ਨਾਂ ਦੂਜਾ ਮੰਦਰ ਪੈ ਜਾਂਦਾ ਹੈ। ਫਿਰ ਰੋਮਨ ਆਉਂਦੇ ਨੇ, ਉਹ ਇਸ ਮੰਦਰ ਨੂੰ ਫਿਰ ਤੜਵਾ ਦਿੰਦੇ ਨੇ। ਇਹਦੀ ਸਿਰਫ ਇੱਕ ਕੰਧ ਬਚਦੀ ਹੈ, ਕਿਉਂਕਿ ਯਹੂਦੀਆਂ ਨੂੰ ਕੁੱਟਿਆ ਮਾਰਿਆ ਜਾਂਦਾ ਹੈ। ਇਸ ਕਰਕੇ ਯਹੂਦੀ ਭੱਜ ਕੇ ਯੂਰਪ ਚਲੇ ਜਾਂਦੇ ਨੇ, ਪਰ ਪਿੱਛੇ ਰਹਿ ਗਏ ਪਰਿਵਾਰਾਂ ਵਿੱਚੋਂ ਇੱਕ ਘਰ ਯੀਸੂ ਮਸੀਹ ਪੈਦਾ ਹੁੰਦੇ ਨੇ। ਜਦੋਂ ਉਹ ਵੱਡੇ ਹੋਏ ਤਾਂ ਉਹਨਾਂ ਨੇ ਜੇਰੂਸਲਮ ਦੇ ਇਲਾਕੇ 'ਚ ਵੱਖਰੀ ਸਿੱਖਿਆ ਦਾ ਪ੍ਰਚਾਰ ਕਰਨਾ ਸ਼ੁਰੂ ਕਰਤਾ। ਇਹ ਗੱਲ ਯਹੂਦੀਆਂ ਨੂੰ ਜਚੀ ਨਾ। ਗੱਲ ਇੰਨੀ ਵੱਧ ਗਈ ਕਿ ਉਹਨਾਂ ਨੇ ਯੀਸੂ ਮਸੀਹ ਨੂੰ ਕ੍ਰਾਸ ਤੇ ਟੰਗ ਕੇ ਕਿੱਲਾਂ ਠੁਕਵਾ ਦਿੱਤੀ। ਇਸੇ ਕਰਕੇ ਯਹੂਦੀਆਂ ਨੂੰ ਅੱਜ ਤੱਕ ਦੋਸ਼ ਦਿੱਤਾ ਜਾਂਦਾ ਹੈ। ਸਾਲ 306 'ਚ ਰਾਜਾ ਕੌਂਸਟੈਂਟੀਅਸ ਕਲੋਰਸ ਦੀ ਮੌਤ ਤੋਂ ਬਾਅਦ ਉਹਨਾਂ ਦਾ ਬੇਟਾ ਕੌਂਸਟੈਂਟਾਈਨ ਮਹਾਨ ਰੋਮਨ ਰਾਜਾ ਬਣਦਾ ਹੈ। ਉਸ ਨੂੰ ਈਸਾਈਅਤ ਬਹੁਤ ਪਸੰਦ ਆਉਂਦੀ ਹੈ। ਉਹ ਈਸਾਈਅਤ ਨੂੰ ਮੰਨਣ ਵਾਲਾ ਪਹਿਲਾ ਰਾਜਾ ਬਣਦਾ ਹੈ। ਉਸ ਦੇ ਈਸਾਈ ਬਣਨ ਨਾਲ ਪੂਰੇ ਰੋਮ 'ਚ ਈਸਾਈਅਤ ਫੈਲਦੀ ਹੈ। ਈਸਾਈਅਤ ਫੈਲਣ ਨਾਲ ਯੀਸੂ ਮਸੀਹ ਦੀ ਸ਼ਹੀਦੀ ਦੇ ਰੋਸ 'ਚ ਯਹੂਦੀਆਂ ਤੇ ਜ਼ੁਲਮ ਹੋਰ ਵੱਧਦੇ ਨੇ। ਉਹਨਾਂ ਨੂੰ ਦੇਸ਼ ਛੱਡ ਕੇ ਇੱਧਰ ਉੱਧਰ ਭੱਜਣਾ ਪੈਂਦਾ ਹੈ। ਜਿਸ ਜਗ੍ਹਾ ਯੀਸੂ ਮਸੀਹ ਨੂੰ ਮੌਤ ਨੇ ਘਾਟ ਉਤਾਰਿਆ ਗਿਆ, ਉਸ ਜਗ੍ਹਾ ਕੌਂਸਟੈਂਟਾਈਨ ਨੇ ਹੌਲੀ ਸੈਪਲਕਰ ਨਾਮੀ ਚਰਚ ਬਣਵਾਇਆ ਸੀ। ਇਹ ਚਰਚ ਮਾਊਂਟ ਮੰਦਰ ਤੋਂ 2 ਕਿਲੋਮੀਟਰ ਦੂਰ ਬਣਵਾਇਆ ਗਿਆ। ਮੁਸਲਿਮ ਮਾਊਂਟ ਮੰਦਰ ਨੂੰ ਹਰਮ ਅਲ ਸ਼ਰੀਫ ਕਹਿੰਦੇ ਨੇ। ਇਸ ਤੋਂ ਬਾਅਦ ਸਾਲ 638 'ਚ ਰੋਮਨ ਸਾਮਰਾਜ ਨੂੰ ਹਰਾ ਕੇ ਉਮਰ ਦੀ ਅਰਬ ਫੌਜ ਸੱਤਾ 'ਚ ਆਉਂਦੀ ਹੈ। ਅਰਬ ਆਰਮੀ ਦਾ ਵਰਤਾਅ ਯਹੂਦੀਆਂ ਨਾਲ ਉਸ ਸਮੇਂ ਸਭ ਤੋਂ ਚੰਗਾ ਹੁੰਦਾ ਹੈ, ਕਿਉਂਕਿ ਦੋਹੇਂ ਧਰਮਾਂ ਮੁਸਲਿਮ ਅਤੇ ਯਹੂਦੀ ਬਹੁਤ ਪੱਖਾਂ ਤੋਂ ਮਿਲਦੇ ਜੁਲਦੇ ਨੇ। ਅਰਬ ਫੌਜ ਨੇ ਮਾਊਂਟ ਮੰਦਰ ਦੇ ਕੋਲ ਹੀ ਦਾ ਡੋਮ ਆਫ ਦਾ ਰੌਕ ਬਣਵਾਇਆ ਅਤੇ ਨਾਲ ਹੀ ਅਲ-ਅਕਸਾ ਮਸਜਿਦ ਬਣਦੀ ਹੈ। ਇਹ ਸਾਰੀਆਂ ਚੀਜ਼ਾਂ ਮਾਊਂਟ ਮੰਦਰ, ਡੋਮ ਆਫ ਦੀ ਰੌਕ, ਅਲ-ਅਕਸਾ ਮਸਜਿਦ ਅਤੇ ਪੱਛਮੀ ਕੰਧ ਜਾਂ ਵੈਸਟ ਵਾਲ ਕਹਿੰਦੇ ਆ ਜਿਹਨੂੰ, ਇੱਕ ਦੂਜੇ ਦੇ ਨਾਲ ਹਨ। ਇਹ ਸਾਰੀਆਂ ਚੀਜ਼ਾਂ ਮਾਊਂਟ ਮੰਦਰ, ਡੋਮ ਆਫ ਦੀ ਰੌਕ, ਅਲ-ਅਕਸਾ ਮਸਜਿਦ, ਵੈਸਟਰਨ ਵਾਲ ਇੱਕ ਦੂਜੇ ਦੇ ਨਾਲ ਹਨ ਅਤੇ ਇੱਕੋ ਘੇਰੇ 'ਚ ਹਨ। ਇਸ ਸਾਰੇ ਸਮੁੱਚੇ ਇਲਾਕੇ ਨੂੰ ਮੁਸਲਿਮ ਹਰਮ ਅਲ ਸ਼ਰੀਫ ਕਹਿੰਦੇ ਨੇ, ਪਰ ਯਹੂਦੀ ਇਸ ਨੂੰ ਮਾਊਂਟ ਮੰਦਰ ਕਹਿੰਦੇ ਨੇ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇੱਥੇ ਅਲ-ਅਕਸਾ ਮਸਜਿਦ 'ਚ ਗੈਰ ਮੁਸਲਿਮ ਦਾਖਲ ਨਹੀਂ ਹੋ ਸਕਦੇ। ਯਹੂਦੀ ਪੱਛਮੀ ਕੰਧ 'ਤੇ ਪੂਜਾ ਕਰ ਸਕਦੇ ਨੇ। ਇੱਥੋਂ 2 ਕਿਲੋਮੀਟਰ ਦੀ ਦੂਰੀ ਤੇ ਚਰਚ ਆਫ ਹੌਲੀ ਸੈਪਲਕਰ ਹੈ। ਇਹ 37 ਏਕੜ ਦਾ ਇਲਾਕਾ ਯਹੂਦੀ, ਈਸਾਈ, ਮੁਸਲਮਾਨਾਂ ਲਈ ਬਹੁਤ ਮਹੱਤਵਪੂਰਨ ਇਲਾਕਾ ਹੈ। ਹੁਣ ਇਸੇ ਗੱਲ ਤੋਂ ਹੀ ਤੁਸੀਂ ਯਰੂਸ਼ਲਮ ਦੀ ਮਹੱਤਤਾ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਇੱਥੇ ਦੋ ਧਰਮ ਯਹੂਦੀ ਅਤੇ ਈਸਾਈ ਪੈਦਾ ਹੋਏ ਤੇ ਮੁਸਲਮਾਨਾਂ ਲਈ ਇਹ ਇਲਾਕਾ ਮੱਕਾ ਮਦੀਨਾ ਤੋਂ ਬਾਅਦ ਦੂਜੀ ਮਹੱਤਵਪੂਰਨ ਜਗ੍ਹਾ ਬਣੀ। ਨਵੇਂ ਸ਼ਾਸਕਾਂ ਦੇ ਆਉਣ ਤੇ ਯਹੂਦੀ ਬੇਸ਼ੱਕ ਇੱਧਰ ਉੱਧਰ ਆਪਣਾ ਦੇਸ਼ ਛੱਡ ਕੇ ਭੱਜਦੇ ਰਹੇ, ਪਰ ਉਹ ਪੂਜਾ ਆਰਾਧਨਾ ਟੈਂਪਲ ਮਾਊਂਟ ਵੱਲ ਮੂੰਹ ਕਰਕੇ ਹੀ ਕਰਦੇ ਰਹੇ। ਅੱਜ ਵੀ ਯਹੂਦੀ ਇਸੇ ਤਰ੍ਹਾਂ ਪੂਜਾ ਕਰਦੇ ਨੇ। 1891 ਆਉਣ ਤੱਕ ਇੱਥੇ ਅਰਬ ਰਾਜ ਹੋ ਜਾਂਦਾ ਹੈ। ਇਸੇ ਸਾਲ ਇੱਕ ਯਹੂਦੀ ਲੇਖਕ ਲਿਓਨ ਪਿੰਸਕਰ ਨੇ ਇੱਕ ਆਟੋ ਇਮੈਂਸੀਪੇਸ਼ਨ ਨਾਂ ਦੀ ਕਿਤਾਬ ਲਿਖੀ, ਜਿਸ 'ਚ ਉਸਨੇ ਲਿਖਿਆ ਕਿ ਯਹੂਦੀਆਂ ਨਾਲ ਯੂਰਪ ਦੇ ਵਿੱਚ ਧੱਕਾ ਹੁੰਦਾ ਹੈ। ਯੂਰਪੀਅਨ ਯਹੂਦੀਆਂ ਨੂੰ ਆਪਣੇ ਮਿਆਰ ਦਾ ਨਹੀਂ ਸਮਝਦੇ। ਯਹੂਦੀਆਂ ਨੂੰ ਆਪਣੀ ਕਿਸਮਤ ਆਪ ਲਿਖਣੀ ਪਏਗੀ ਅਤੇ ਇੱਕ ਸੁਤੰਤਰ ਯਹੂਦੀ ਰਾਜ ਸਥਾਪਿਤ ਕਰਨਾ ਪਵੇਗਾ। ਯਹੂਦੀਆਂ ਨੇ ਇਸ ਤੋਂ ਬਾਅਦ ਇੱਕ ਜ਼ਾਇਓਨਿਸਟ ਮੂਵਮੈਂਟ ਵੀ ਚਲਾਈ। ਥਿਓਡੋਰ ਹਰਜ਼ਲ ਨੇ ਇਸ ਘੋਲ ਨੂੰ ਸਥਾਪਿਤ ਕੀਤਾ ਅਤੇ ਅੱਗੇ ਵਧਾਇਆ।
ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਣ ਵੇਲੇ ਦੀ ਗੱਲ ਹੈ। ਬ੍ਰਿਟਨ ਅਤੇ ਜਰਮਨੀ ਇੱਕ ਦੂਜੇ ਦੇ ਖਿਲਾਫ ਸਨ। ਉਸ ਸਮੇਂ ਯਹੂਦੀ ਰਾਜ ਉੱਪਰ ottoman ਸਾਮਰਾਜ ਰਾਜ ਕਰ ਰਿਹਾ ਸੀ। ottoman ਸਾਮਰਾਜ ਜਰਮਨੀ ਦੀ ਹਮਾਇਤ 'ਚ ਆ ਖੜਿਆ। ਬ੍ਰਿਟਨ ਨੂੰ ਵੀ ਆਪਣੇ ਭਾਈਵਾਲ ਚਾਹੀਦੇ ਸਨ। ਉਹਨਾਂ ਨੇ ਸੋਚਿਆ ਕਿ ਅਮਰੀਕਾ ਅਤੇ ਬ੍ਰਿਟਨ ਦੇ ਵਿੱਚ ਬਹੁਤ ਯਹੂਦੀ ਰਹਿੰਦੇ ਨੇ, ਜੇਕਰ ਬ੍ਰਿਟਨ ਯਹੂਦੀਆਂ ਨੂੰ ਭਰਮਾ ਲਵੇ ਤਾਂ ਯਹੂਦੀਆਂ ਵੱਲੋਂ ਆਪਣੀ ਸਰਕਾਰ ਨੂੰ ਉਹਨਾਂ ਮੁਤਾਬਕ ਫੈਸਲਾ ਕਰਨ ਲਈ ਮਜਬੂਰ ਕਰਨਗੇ ਅਤੇ ਅਮਰੀਕਾ ਉਹਨਾਂ ਦੇ ਭਾਈਵਾਲ ਵਜੋਂ ਸਾਥ ਦੇਵੇਗਾ। ਬ੍ਰਿਟਨ ਨੇ ਜ਼ਾਇਨਿਜ਼ਮ ਦੀ ਹਮਾਇਤ ਕੀਤੀ। ਉਹ ਇਸ ਹਮਾਇਤ 'ਚ ਇਸ ਹੱਦ ਤੱਕ ਗਏ ਕਿ ਉਹਨਾਂ ਨੇ ਬੈਲਫੋਰ ਘੋਸ਼ਣਾ ਤੱਕ ਕਰ ਦਿੱਤੀ, ਜਿਸ 'ਚ ਲਿਖਿਆ ਗਿਆ ਕਿ ਬ੍ਰਿਟਿਸ਼ ਸਰਕਾਰ ਫਲਸਤੀਨ ਅੰਦਰ ਇੱਕ ਯਹੂਦੀ ਰਾਜ ਸਥਾਪਿਤ ਕਰਨ ਦੀ ਪੁਰਜ਼ੋਰ ਹਮਾਇਤ ਕਰਦੀ ਹੈ। ਯੁੱਧ 'ਚ ਇੱਕ ਪਾਸੇ USSR ਬ੍ਰਿਟਨ ਸਨ, ਦੂਜੇ ਪਾਸੇ ਜਰਮਨੀ ਨੂੰ ottoman ਸਾਮਰਾਜ ਦਾ ਸਾਥ ਮਿਲਿਆ ਸੀ। ਜੰਗ ਖਤਮ ਹੋਣ ਤੇ ottoman ਸਾਮਰਾਜ ਵਾਲੀ ਜਗ੍ਹਾ ਤੇ ਉਸ ਨੂੰ ਹਟਾ ਕੇ ਬ੍ਰਿਟਨ ਰਾਜ ਕਰਨ ਲੱਗਦਾ ਹੈ। ਬ੍ਰਿਟਨ ਯਹੂਦੀਆਂ ਨੂੰ ਇਸ ਹਮਾਇਤ ਦੇ ਬਦਲੇ ਆਪਣਾ ਵਾਅਦਾ ਪੂਰਾ ਕਰਕੇ ਦਿਖਾਉਂਦਾ ਹੈ। ਉਹ ਯੂਰਪ ਤੋਂ ਯਹੂਦੀਆਂ ਨੂੰ ਫਲਸਤੀਨ ਦੇ ਇਲਾਕੇ 'ਚ ਲਿਆ ਮੁੜ ਵਸਾਉਂਦਾ ਹੈ। ਇਹੀ ਗੱਲ ਅਰਬਾਂ ਨੂੰ ਜਚੀ ਨਾ। ਯਹੂਦੀਆਂ ਦੀ ਸੰਸਥਾ ਜੋ 1901 'ਚ ਬਣੀ ਸੀ, ਇਸ ਦੀ ਫੰਡਿੰਗ ਦੀ ਮਦਦ ਨਾਲ ਯਹੂਦੀਆਂ ਨੇ ਫਲਸਤੀਨ 'ਚ ਜ਼ਮੀਨ ਖਰੀਦਣੀ ਸ਼ੁਰੂ ਕਰ ਦਿੱਤੀ। 1878 ਦੀ ਮਰਦਮਸ਼ੁਮਾਰੀ 'ਚ ottoman ਸਾਮਰਾਜ ਦੀ ਕੁੱਲ ਜਨਸੰਖਿਆ 4,71,000 ਸੀ, ਜਿਸ 'ਚ ਯਹੂਦੀਆਂ ਦੀ ਗਿਣਤੀ 25,000 ਹੀ ਸੀ। ਅੱਗੇ ਚੱਲ ਕੇ ਇਜ਼ਰਾਈਲ ਬਣਨ ਤੱਕ ਲੱਖਾਂ ਦੀ ਗਿਣਤੀ ਯਹੂਦੀ ਉੱਥੇ ਫਿਰ ਆ ਪਹੁੰਚੇ। ਇਸੇ ਗੱਲ ਤੇ ਅਰਬ ਬ੍ਰਿਟਨ ਨਾਲ ਨਾਰਾਜ਼ਗੀ ਜਤਾਉਂਦੇ ਰਹੇ, ਪਰ ਬ੍ਰਿਟਨ ਯਹੂਦੀਆਂ ਨੂੰ ਉੱਥੋਂ ਭੇਜਣੋਂ ਨਾ ਹਟਿਆ ਤੇ ਨਾਲ ਹੀ ਇਹ ਕਹਿੰਦਾ ਰਿਹਾ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ। ਬ੍ਰਿਟਨ ਇੱਥੇ ਪਾੜੋ ਤੇ ਰਾਜ ਕਰੋ ਦੀ ਨੀਤੀ ਲਾਗੂ ਕਰ ਰਹੇ ਸਨ, ਜਿਸ ਦਾ ਖੁਲਾਸਾ ਬ੍ਰਿਟਨ ਦੇ 1922 ਦੇ ਵਾਈਟ ਪੇਪਰ 'ਚ ਹੋਇਆ। ਯਹੂਦੀਆਂ ਦਾ ਯੂਰਪ 'ਚੋਂ ਨਿਕਲ ਕੇ ਫਲਸਤੀਨ ਆਉਣ ਦਾ ਕਾਰਨ ਇੱਕ ਹੋਰ ਵੀ ਸੀ। ਦੂਜੀ ਵਿਸ਼ਵ ਜੰਗ ਤੋਂ ਐਨ ਪਹਿਲਾਂ ਹਿਟਲਰ ਤਾਕਤ ਫੜਦਾ ਜਾ ਰਿਹਾ ਸੀ ਅਤੇ ਯਹੂਦੀਆਂ ਤੇ ਜ਼ੁਲਮ ਹੋਰ ਵੀ ਵਧਣ ਲੱਗੇ ਸੀ। ਉੱਥੋਂ ਉਹਨਾਂ ਦੇ ਖਿਲਾਫ ਕਰੜੇ ਕਾਨੂੰਨ ਬਣਨ ਲੱਗੇ ਸੀ। ਜਰਮਨ ਤਾਂ ਉਹਨਾਂ ਨੂੰ ਕੰਸਨਟ੍ਰੇਸ਼ਨ ਕੈਂਪਾਂ 'ਚ ਬਾੜ ਕੇ ਮਾਰਨ ਤੱਕ ਗਿਆ, ਜਿਸ 'ਚ 60 ਲੱਖ ਯਹੂਦੀ ਮਾਰੇ ਗਏ। ਦੂਜੀ ਵਿਸ਼ਵ ਜੰਗ 'ਚ ਯਹੂਦੀ ਇਹਨਾਂ ਮਿੱਤਰ ਦੇਸ਼ਾਂ ਨਾਲ ਹਿੱਕ ਡਾਹ ਕੇ ਲੜੇ। ਬ੍ਰਿਟਨ ਦੇ ਸੈਕਟਰੀ ਆਫ ਸਟੇਟ ਫਾਰ ਫੋਰਨ ਅਫੇਅਰਸ ਨੇ ਵੈਲਫੇਅਰ ਘੋਸ਼ਣਾ UN 'ਚ ਦਾਖਲ ਕੀਤੀ। UN, ਜਿਸ ਨੂੰ 1945 'ਚ ਸਥਾਪਿਤ ਕੀਤਾ ਗਿਆ ਸੀ। UN ਦੀ ਸਥਾਪਨਾ ਦੇਸ਼ਾਂ ਦੀਆਂ ਆਪਸ ਦੀਆਂ ਸਮੱਸਿਆਵਾਂ ਨੂੰ ਨਿਬੇੜਨ, ਲੜਾਈ ਨੂੰ ਰੋਕਣ ਲਈ ਹੋਈ ਸੀ, ਪਰ ਚੱਲਦੀ UN 'ਚ ਸਿਰਫ ਜੇਤੂ ਧਿਰ ਦੀ ਹੀ ਸੀ। UN ਨੇ ਇਸ ਮਾਮਲੇ ਨੂੰ ਬ੍ਰਿਟਨ ਦੇ ਕਹਿਣ ਤੇ ਆਪਣੇ ਹੱਥ 'ਚ ਲਿਆ ਅਤੇ ਇੱਕ ਵਿਸ਼ੇਸ਼ ਕਮੇਟੀ ਬਣਾਈ ਗਈ। UN ਦੀ ਇਸ ਕਮੇਟੀ ਨੇ ਫੈਸਲਾ ਲਿਆ ਕਿ ਇਸ ਇਲਾਕੇ 'ਚੋਂ ਕੁਝ ਵੰਡਵਾਂ ਭਾਗ ਇਜ਼ਰਾਈਲ ਨੂੰ ਦੇ ਦੇਣਾ ਚਾਹੀਦਾ ਅਤੇ ਕੁਝ ਫਲਸਤੀਨ ਨੂੰ। ਜੇਰੂਸਲਮ, ਜੋ ਕਿ ਇੱਕ ਮਹੱਤਵਪੂਰਨ ਜਗ੍ਹਾ ਹੈ, ਉਸ ਦਾ ਕੰਟਰੋਲ UN ਆਪਣੇ ਕੋਲ ਰੱਖੇਗਾ। ਬਾਕੀ ਮੁਲਕ ਵੀ ਵੋਟ ਪਾਉਂਦੇ ਨੇ ਅਤੇ ਇਸ ਮਤੇ ਨਾਲ ਸਹਿਮਤੀ ਜਤਾਉਂਦੇ ਨੇ। ਅਰਬ ਮੁਲਕਾਂ ਨੂੰ ਛੱਡ ਕੇ ਸਿਰਫ ਭਾਰਤ ਗੈਰ ਮੁਸਲਿਮ ਮੁਲਕ ਸੀ ਜੋ ਇਸ ਮਤੇ ਦੇ ਖਿਲਾਫ ਵੋਟ ਪਾਈ। UN ਨੇ ਜੋ ਨਕਸ਼ਾ ਸੁਝਾਇਆ ਸੀ ਕਿ ਇਹ ਇਲਾਕਾ ਯਹੂਦੀਆਂ ਦਾ ਹੋਵੇਗਾ ਅਤੇ ਇਹ ਫਲਸਤੀਨੀਆਂ ਦਾ। ਅਰਬ ਮੁਲਕ ਜੋ ਕਿ UN ਦੇ ਇਸ ਪ੍ਰਸਤਾਵ ਤੋਂ ਨਾਰਾਜ਼ ਸਨ, ਉਹਨਾਂ ਨੇ ਬ੍ਰਿਟਨ ਦੇ ਜਾਣ ਪਿੱਛੋਂ ਇਜ਼ਰਾਈਲ ਤੇ ਹੱਲਾ ਬੋਲ ਦਿੱਤਾ। ਇਹ ਮੁਲਕ ਸਨ ਮਿਸਰ, ਸਾਊਦੀ ਅਰਬ, ਸੀਰੀਆ, ਲੈਬਨਾਨ, ਇਰਾਕ, ਯਮਨ ਅਤੇ ਜਾਰਡਨ। ਦੁਨੀਆ ਇਜ਼ਰਾਈਲ ਦਾ ਲੋਹਾ ਉਦੋਂ ਮੰਨੀ ਜਦੋਂ ਇਹਨਾਂ ਸਾਰੇ ਮੁਲਕਾਂ ਨੂੰ ਲੜਾਈ ਤੋਂ ਇਜ਼ਰਾਈਲ ਨੇ ਪਿੱਛੇ ਹਟਾ ਦਿੱਤਾ। ਅਰਬਾਂ ਨੂੰ ਦੇਣੇ ਦੇ ਲੈਣੇ ਪੈ ਗਏ। ਇਜ਼ਰਾਈਲ ਨੇ ਫਲਸਤੀਨ ਦੇ ਹੋਰ ਇਲਾਕੇ ਵੀ ਦੱਬ ਲਏ। ਇਜ਼ਰਾਈਲ ਯਹੂਦੀਆਂ ਦੇ ਪੱਖ 'ਚ ਇੱਕ ਹੋਰ ਕਾਨੂੰਨ ਬਣਾਉਂਦਾ, ਜਿਸ ਦਾ ਨਾਮ ਹੁੰਦਾ ਲਾਅ ਆਫ ਰਿਟਰਨ। ਇਸ ਦਾ ਭਾਵ ਦੁਨੀਆ ਦੇ ਵਿੱਚ ਕਿਤੇ ਵੀ ਰਹਿ ਰਿਹਾ ਯਹੂਦੀ ਉਹਨਾਂ ਦੀ ਨਾਗਰਿਕਤਾ ਲੈਣ ਦੇ ਯੋਗ ਹੋਵੇਗਾ। 1964 ਵਿੱਚ ਇੱਕ ਹੋਰ ਡਿਵੈਲਪਮੈਂਟ ਹੁੰਦੀ ਆ। ਅਰਬ ਮੁਲਕ ਇਕੱਠੇ ਹੋ ਕੇ PLO ਦੀ ਸਥਾਪਨਾ ਕਰਦੇ ਨੇ, ਭਾਵ ਪੈਲਸਟਾਈਨ ਲਿਬਰੇਸ਼ਨ ਆਰਗੇਨਾਈਜੇਸ਼ਨ। ਇਸ ਜਥੇਬੰਦੀ ਨੇ ਫਲਸਤੀਨੀਆਂ ਦੀ ਰਾਜਨੀਤਿਕ ਅਤੇ ਫੌਜੀ ਪੱਧਰ ਤੇ ਅਗਵਾਈ ਕਰਨੀ ਹੁੰਦੀ ਹੈ। ਇਸ ਦਾ ਮੁੱਖ ਉਦੇਸ਼ ਇਜ਼ਰਾਈਲੀਆਂ ਦੁਆਰਾ ਦੱਬੀ ਉਹਨਾਂ ਦੀ ਭੂਮੀ ਨੂੰ ਵਾਪਸ ਦਿਵਾਉਣਾ ਹੁੰਦਾ ਹੈ। 1967 ਦੇ ਵਿੱਚ ਅਰਬ ਮੁਲਕ ਮਿਸਰ ਦੇ ਵਿੱਚ ਇਕੱਠੇ ਹੋ ਕੇ ਇਜ਼ਰਾਈਲ ਤੇ ਹਮਲਾ ਕਰਨ ਦੀ ਯੋਜਨਾ ਬਣਾਉਂਦੇ ਨੇ। ਉਹ ਸਟ੍ਰੇਟਸ ਆਫ ਤਿਰਾਨ ਤੋਂ ਇਜ਼ਰਾਈਲ ਦਾ ਲਾਂਘਾ ਬੰਦ ਕਰ ਦਿੰਦੇ ਨੇ। ਉਹਨਾਂ ਨੂੰ ਪਤਾ ਹੁੰਦਾ ਕਿ ਇਜ਼ਰਾਈਲ ਹੁਣ ਹਮਲਾ ਕਰੇਗਾ ਤੇ ਉਹ ਇਸ ਹਮਲੇ ਤੋਂ ਅਗਾਊਂ ਆਪਣੀ ਤਿਆਰੀ ਰੱਖਦੇ ਨੇ। 6 ਦਿਨ ਇਹ ਜੰਗ ਚੱਲਦੀ ਹੈ। ਇਜ਼ਰਾਈਲ 6 ਦਿਨਾਂ ਦੇ ਵਿੱਚ ਸਾਰੇ ਅਰਬਾਂ ਨੂੰ ਧੂੜ ਚਟਾ ਦਿੰਦਾ। ਇਸ ਜੰਗ ਵਿੱਚ ਅਰਬਾਂ ਦੇ ਹਾਰਨ ਦੇ ਕਈ ਕਾਰਨ ਰਹੇ ਨੇ। ਉਹਨਾਂ ਵਿੱਚੋਂ ਇੱਕ ਕਾਰਨ ਹੈ ਕਿ ਘੱਟ ਟ੍ਰੇਨਡ ਫੌਜ। ਹੋਰ ਦੂਜਾ ਕਾਰਨ ਹੁੰਦਾ ਹੈ ਤਾਲਮੇਲ ਦੀ ਘਾਟ। ਸਭ ਤੋਂ ਇੱਕ ਪ੍ਰਮੁੱਖ ਕਾਰਨ ਇਹ ਹੁੰਦਾ ਹੈ ਕਿ ਇਜ਼ਰਾਈਲ ਇਸ ਜੰਗ ਨੂੰ ਹੋਂਦ ਦੀ ਲੜਾਈ ਸਮਝਣ ਵਾਲਾ ਬੰਦਾ ਛੇਤੀ ਨਹੀਂ ਹਾਰਦਾ। ਇਸੇ ਤਰ੍ਹਾਂ ਹੀ ਜਥੇਬੰਦੀਆਂ ਦੇ ਵਿੱਚ ਹੁੰਦੀ ਹੈ। UN ਨੂੰ ਵਿੱਚ ਪੈ ਕੇ ਇਜ਼ਰਾਈਲ ਦੇ ਜਿੱਤੇ ਹੋਏ ਇਲਾਕਿਆਂ ਨੂੰ ਵਾਪਸ ਦਿਵਾਉਂਦਾ, ਕਿਉਂਕਿ ਇਜ਼ਰਾਈਲ ਸਵੇਜ ਨਹਿਰ ਤੱਕ ਮਿਸਰ ਦਾ ਇਲਾਕਾ ਦੱਬ ਲੈਂਦਾ। ਉਹ ਵੈਸਟ ਬੈਂਕ ਅਤੇ ਗਾਜ਼ਾ ਪੱਟੀ ਦੇ ਇਲਾਕੇ ਵੀ ਦੱਬ ਲੈਂਦਾ। UN ਨੂੰ ਵਿੱਚ ਵਿਚਾਰ ਕਰਕੇ
ਮਿਸਰ ਦੇ ਇਲਾਕੇ ਦਾ ਵਾਪਸ ਦਿਵਾ ਦਿੰਦਾ ਹੈ, ਪਰ ਇਜ਼ਰਾਈਲ ਦਾ ਜੋ ਕਬਜ਼ਾ ਵੈਸਟ ਬੈਂਕ ਅਤੇ ਫਲਸਤੀਨ ਦੇ ਉੱਪਰ ਉਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ। ਇਸ ਤਰ੍ਹਾਂ ਅਰਬਾਂ ਨੂੰ ਸਮਝ ਆ ਜਾਂਦੀ ਹੈ ਕਿ ਇਜ਼ਰਾਈਲ ਹੁਣ ਹਾਰਨ ਵਾਲਾ ਨਹੀਂ ਤੇ ਇੱਥੋਂ ਜਾਣ ਵਾਲਾ ਵੀ ਨਹੀਂ। 1969 ਦੇ ਵਿੱਚ ਯਾਸਰ ਅਰਾਫਾਤ PLO ਦੇ ਚੇਅਰਮੈਨ ਬਣਦੇ ਨੇ। 1968 ਤੋਂ ਲੈ ਕੇ 1977 ਦੇ ਵਿੱਚ ਇਜ਼ਰਾਈਲ ਦੇ 29 ਜਹਾਜ਼ ਅਗਵਾ ਹੁੰਦੇ ਨੇ। ਮਿਊਨਿਖ ਓਲੰਪਿਕ ਦੇ ਵਿੱਚ ਇਜ਼ਰਾਈਲੀ ਖਿਡਾਰੀਆਂ ਤੇ ਵੀ ਹਮਲਾ ਹੁੰਦਾ ਹੈ। PLO ਦੇ ਬਹੁਤੇ ਇਲਾਕੇ ਜੋ ਕਿ ਲਿਬਨਾਨ 'ਚ ਰਹਿੰਦੇ ਨੇ, ਤੇ ਕਿਉਂਕਿ ਗਾਜ਼ਾ ਪੱਟੀ ਜਾਂ ਫਲਸਤੀਨ ਦੇ ਕਿਸੇ ਵੀ ਹੋਰ ਇਲਾਕੇ ਦੇ ਵਿੱਚ ਇਜ਼ਰਾਈਲ ਉਹਨਾਂ ਨੂੰ ਟਿਕਣ ਨਹੀਂ ਦਿੰਦਾ, ਤਾਂ ਉਹ ਲਿਬਨਾਨ 'ਚ ਰਹਿਣਾ ਪਸੰਦ ਕਰਦੇ ਨੇ। ਇਸ ਗੱਲ ਤੋਂ ਖਿਝ ਕੇ ਇਜ਼ਰਾਈਲ ਲਿਬਨਾਨ ਤੇ ਹਮਲਾ ਕਰ ਦਿੰਦਾ ਹੈ। 18,000 ਬੰਦਾ ਮਰਦਾ ਹੈ ਤੇ 30,000 ਜ਼ਖਮੀ ਹੁੰਦਾ ਹੈ। ਇਸ ਹਮਲੇ ਨਾਲ PLO ਕਮਜ਼ੋਰ ਪੈ ਜਾਂਦਾ ਹੈ। ਹੁਣ ਇਸ ਹਮਲੇ ਤੋਂ ਬਾਅਦ PLO ਨੇ ਸਮਝ ਲਿਆ ਕਿ ਇਜ਼ਰਾਈਲ ਨੇ ਹੁਣ ਪੈਰ ਜਮਾ ਲਏ। PLO ਨੇ ਆਪਣੇ ਏਜੰਡੇ 'ਚ ਸੁਧਾਰ ਕਰਕੇ UN ਦੁਆਰਾ ਪ੍ਰਸਤਾਵਿਤ ਨਕਸ਼ੇ ਮੁਤਾਬਕ ਆਪਣੀ ਦੱਬੀ ਹੋਈ ਜ਼ਮੀਨ ਇਜ਼ਰਾਈਲ ਤੋਂ ਵਾਪਸ ਮੰਗੀ, ਪਰ ਇਜ਼ਰਾਈਲ ਨੇ ਕੋਰੀ ਨਾ ਕਰ ਦਿੱਤੀ। ਇਜ਼ਰਾਈਲ ਨੇ ਸੋਚਿਆ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਅਰਬ ਹੋਰ ਮਜ਼ਬੂਤ ਹੋਣਗੇ ਅਤੇ ਸਾਡਾ ਰਹਿਣਾ ਮੁਹਾਲ ਕਰ ਦੇਣਗੇ। ਇਸ ਤਰ੍ਹਾਂ ਯਹੂਦੀਆਂ ਨੇ ਹੱਥੋਂ ਇਹ ਇਜ਼ਰਾਈਲ ਮੁਲਕ ਵੀ ਚਲਾ ਜਾਵੇਗਾ, ਕਿਉਂਕਿ ਭੂਗੋਲਿਕ ਪੱਖ ਤੋਂ ਇਹ ਜਗ੍ਹਾ ਇਜ਼ਰਾਈਲ ਦੇ ਲਈ ਬਹੁਤ ਮਹੱਤਵਪੂਰਨ ਸੀ। ਇਸ ਕਰਕੇ ਕੂਟਨੀਤਿਕ ਕਾਰਨਾਂ ਕਰਕੇ ਇਜ਼ਰਾਈਲ ਨੇ ਜਗ੍ਹਾ ਛੱਡਣ ਤੋਂ ਮਨਾ ਕਰ ਦਿੱਤਾ। ਫਿਰ ਅੱਗੇ ਚੱਲ ਕੇ ਖਿੱਤੇ ਸ਼ਾਂਤੀ ਬਹਾਲ ਕਰਨ ਦੇ ਪੱਖ ਤੋਂ ਅਤੇ ਫਲਸਤੀਨ ਨੂੰ ਅੰਤਰਰਾਸ਼ਟਰੀ ਪਛਾਣ ਦਿਵਾਉਣ ਦੇ ਪੱਖ ਤੋਂ ਓਸਲੋ ਸਮਝੌਤੇ ਹੋਏ। ਓਸਲੋ ਸਮਝੌਤੇ ਨਾਰਵੇ ਦੀ ਰਾਜਧਾਨੀ ਓਸਲੋ ਦੇ ਨਾਮ ਤੇ ਪਏ, ਕਿਉਂਕਿ ਇਹਨਾਂ ਸਮਝੌਤਿਆਂ ਦੀ ਗੱਲ ਸਭ ਤੋਂ ਪਹਿਲਾਂ ਓਸਲੋ 'ਚ ਚੱਲੀ। ਇਸ ਵਿੱਚ ਫਲਸਤੀਨ ਨੂੰ ਗਾਜ਼ਾ ਪੱਟੀ ਦੇ ਇਲਾਕੇ ਤੇ ਵੈਸਟ ਬੈਂਕ ਦੇ ਇਲਾਕੇ ਦੇਣ ਦੀ ਸਹਿਮਤੀ ਹੋਈ। ਯਾਸਿਰ ਅਰਾਫਾਤ ਨੂੰ ਰਾਸ਼ਟਰਪਤੀ ਬਣਾਉਣ ਦੀ ਸਹਿਮਤੀ ਹੋਈ। 1993 ਚ ਵਾਈਟ ਹਾਊਸ ਦੇ ਘਾਹ ਤੇ ਇਹ ਸਮਝੌਤੇ ਦੋਨੇ ਮੁਲਕ ਹਸਤਾਖਰ ਕਰਦੇ ਨੇ। ਇਜ਼ਰਾਈਲ ਨੇ ਇਹ ਸਮਝੌਤੇ ਹਸਤਾਖਰ ਤਾਂ ਕਰਤੇ, ਪਰ ਆਪਣੀ ਹਰਕਤਾਂ ਤੋਂ ਬਾਜ ਨਾ ਆਇਆ ਤੇ ਉਸੇ ਤਰ੍ਹਾਂ ਆਪਣੀਆਂ ਗਾਜ਼ਾ ਅੰਦਰ ਆਪਣੇ ਇਜ਼ਰਾਈਲੀ ਭੇਜਦਾ ਰਿਹਾ। ਨਾ ਹੀ ਫਲਸਤੀਨ ਨੂੰ ਉਸਦੇ ਨਿਯਤ ਤਰੀਕ ਮੁਤਾਬਕ ਉਸਦੇ ਇਲਾਕੇ ਮੋੜੇ, ਤੇ ਫਲਸਤੀਨੀਆਂ ਨੂੰ ਲੱਗਿਆ ਕਿ ਸਮਝੌਤਿਆਂ 'ਚ ਸਾਡਾ ਕੁਝ ਨਹੀਂ ਸੰਵਰਨ ਵਾਲਾ। ਇਸੇ ਵਿਰੋਧ ਦੇ ਵਿੱਚੋਂ ਹਮਾਸ ਜਨਮ ਲੈਂਦਾ। ਇਹ ਗਰੁੱਪ ਕਿਉਂਕਿ ਤਾਕਤ ਦੇ ਸਮਤੋਲ ਦੇ ਵਿੱਚ ਇਜ਼ਰਾਈਲ ਦੇ ਮੁਕਾਬਲੇ ਕਿਤੇ ਵੀ ਨਹੀਂ ਠਹਿਰਦਾ, ਤਾਂ ਇਹ ਗੁਰੀਲਾ ਯੁੱਧ ਦੀ ਤਕਨੀਕ ਅਪਣਾਉਂਦਾ। ਅਰਬਾਂ ਦੇ ਇਸ ਜਥੇਬੰਦੀ ਨੂੰ ਵੀ ਥਾਪੜਾ ਹੁੰਦਾ। ਇਸ ਦੇ ਨਾਲ ਇੱਕ ਹੋਰ ਵਰਤਾਰਾ ਖਿੱਤੇ 'ਚ ਵਾਪਰਿਆ, ਉਹ ਇਹ ਸੀ ਕਿ ਜਦੋਂ ਵੀ ਕਿਤੇ ਦੋਹੇ ਧਿਰਾਂ ਦੀ ਸ਼ਾਂਤੀ ਦੀ ਗੱਲ ਚੱਲਦੀ ਤਾਂ ਉਸ ਧਿਰ ਦਾ ਨੇਤਾ ਮਾਰਿਆ ਜਾਂਦਾ ਅਤੇ ਗੱਲ ਮੁੜਕੁੜ ਉਸੇ ਜਗ੍ਹਾ ਆ ਖੜੂੰਦੀ। ਮੂਲੋਂ ਗੱਲ ਇਹ ਹੈ ਕਿ ਇਜ਼ਰਾਈਲ ਨੇ ਗਾਜ਼ਾ ਪੱਟੀ ਦੇ ਇਲਾਕੇ ਨੂੰ ਇੱਕ ਖੁੱਲੀ ਜੇਲ੍ਹ ਵਾਂਗ ਰੱਖਿਆ ਹੋਇਆ। ਇੰਨੀ ਕੁ ਜਗ੍ਹਾ ਦੇ ਵਿੱਚ ਲਗਭਗ 23 ਲੱਖ ਲੋਕ ਰਹਿੰਦੇ ਨੇ। ਇਹਨਾਂ ਲੋਕਾਂ ਕੋਲ ਨਾ ਰੁਜ਼ਗਾਰ ਆ, ਨਾ ਖਾਣ ਪੀਣ ਦੀਆਂ ਪੂਰੀਆਂ ਸਹੂਲਤਾਂ, ਨਾ ਬਿਜਲੀ ਪੂਰੀ ਤਰ੍ਹਾਂ ਆਉਂਦੀ ਹੈ ਤੇ ਨਾ ਹੀ ਕੋਈ ਮੈਡੀਕਲ ਮਦਦ ਪੂਰੀ ਤਰ੍ਹਾਂ ਪਹੁੰਚਦੀ ਹੈ, ਕਿਉਂਕਿ ਇਜ਼ਰਾਈਲ ਨੇ ਇਸ ਇਲਾਕੇ ਨੂੰ ਚਾਰੇ ਪਾਸਿਓਂ ਘੇਰਿਆ ਹੋਇਆ। ਇੱਕ ਪਾਸੇ ਸਿਰਫ ਉਹਨਾਂ ਦਾ ਜੋ ਇਲਾਕਾ ਨਹੀਂ ਲੱਗਦਾ, ਗਾਜ਼ਾ ਪੱਟੀ ਦੀ ਗੱਲ ਕਰ ਰਹੇ ਹਾਂ। ਤਾਜ਼ਾ ਘਟਨਾਕ੍ਰਮ ਜੋ ਹੋਇਆ ਤੁਹਾਨੂੰ ਸਭ ਨੂੰ ਪਤਾ ਹੈ ਕਿ ਗਾਜ਼ਾ ਪੱਟੀ ਉੱਪਰ ਇਜ਼ਰਾਈਲ ਦਾ ਜੋ ਲੜਾਈ ਤੇ ਕਸ਼ਮਕਸ਼ ਚੱਲ ਰਹੀ ਹੈ, ਉਹ ਹਮਾਸ ਦੁਆਰਾ ਹੀ ਇੱਕ ਹਮਲੇ ਤੋਂ ਸ਼ੁਰੂ ਹੋਈ ਹੈ। ਗਾਜ਼ਾ ਪੱਟੀ ਜੋ ਕਿ 41 ਕਿਲੋਮੀਟਰ ਲੰਮਾ ਇੱਕ ਇਲਾਕਾ ਹੈ ਅਤੇ ਉਹ ਵੱਧ ਤੋਂ ਵੱਧ ਜਗ੍ਹਾ ਤੋਂ 12 ਕਿਲੋਮੀਟਰ ਚੌੜਾ ਤੇ ਘੱਟ ਤੋਂ ਘੱਟ 6 ਕਿਲੋਮੀਟਰ ਚੌੜਾ। ਇਹ ਸਮਝ ਲਓ ਕਿ ਮੁਹਾਲੀ ਕੁ ਜਿੰਨੀ ਕੁ ਜਗ੍ਹਾ ਹੈ ਅਤੇ ਇੰਨੀ ਜਗ੍ਹਾ ਦੇ ਵਿੱਚ 23 ਲੱਖ ਲੋਕ ਰਹਿੰਦੇ ਨੇ। ਇਹ ਇਲਾਕਾ ਸਾਰੇ ਪਾਸਿਓਂ ਇਜ਼ਰਾਈਲ ਨੇ ਘੇਰਿਆ ਹੋਇਆ ਕਿ ਹਰ ਜਗ੍ਹਾ ਚੈੱਕ ਪੋਸਟ ਲੱਗੀ ਹੋਈ ਆ, ਹਰ ਜਗ੍ਹਾ ਫੌਜ ਦੀ ਨਿਗਰਾਨੀ ਹੈ। ਗਾਜ਼ਾ ਪੱਟੀ ਦਾ ਸਿਰਫ ਇੱਕ ਪਾਸਿਓਂ ਬਾਰਡਰ ਮਿਸਰ ਦੇ ਨਾਲ ਲੱਗਦਾ, ਜੋ ਕਿ ਬੰਦ ਹੈ। ਹਮਾਸ ਨੇ ਇੱਥੇ 5000 ਰਾਕਟ ਦਾਗੇ ਕਿਹਾ ਜਾਂਦਾ ਹੈ, ਪਰ ਅਸਲ ਦੇ ਵਿੱਚ ਇਹ ਰਾਕਟ ਹਮਾਸ ਨੇ ਸਿਰਫ 1300-1400 ਦਾਗੇ। ਬਾਕੀ ਜੋ ਰਾਕਟ ਦਾਗੇ ਉਹ ਇਸਲਾਮਿਕ ਜਿਹਾਦੀ ਨਾਮ ਦੇ ਗਰੁੱਪ ਨੇ ਦਾਗੇ ਸੀ। ਗਾਜ਼ਾ ਪੱਟੀ ਦੇ ਵਿੱਚ ਜੋ ਦੋਸਤੋ ਤਾਜ਼ਾ ਘਟਨਾਕ੍ਰਮ ਹੋਇਆ ਉਹ ਤੁਹਾਨੂੰ ਸਭ ਨੂੰ ਪਤਾ ਹੈ ਕਿ ਇੱਥੇ ਜੋ ਤਬਾਹੀ ਦੇ ਮੰਜ਼ਰ ਨੇ, ਤਸਵੀਰਾਂ ਸਾਡੇ ਸਾਹਮਣੇ ਆ ਰਹੀਆਂ ਨੇ, ਉਹ ਦਿਲ ਦਹਿਲਾਉਣ ਵਾਲੀਆਂ ਨੇ। ਮੁਹੱਲਿਆਂ ਦੇ ਮੁਹੱਲੇ, ਬਾਜ਼ਾਰਾਂ ਦੇ ਬਾਜ਼ਾਰ, ਬਿਲਡਿੰਗਾਂ ਵੱਡੀਆਂ ਵੱਡੀਆਂ, ਹਸਪਤਾਲ ਤੱਕ ਤਬਾਹ ਹੋ ਗਏ। ਹਜ਼ਾਰਾਂ ਲੋਕ ਮਰ ਗਏ, ਸੈਂਕੜੇ ਹਾਲੇ ਵੀ ਮਲਬੇ ਦੇ ਥੱਲੇ ਦਬੇ ਹੋਏ ਨੇ, ਕਿਉਂਕਿ ਇਹ ਇਲਾਕਾ ਸਾਰੇ ਪਾਸਿਓਂ ਘੇਰਿਆ ਹੋਇਆ। ਸਿਰਫ ਇੱਕ ਪਾਸਾ ਜੋ ਮਿਸਰ ਦੇ ਨਾਲ ਬਾਰਡਰ ਲੱਗਦਾ ਹੈ, ਬਾਕੀ ਸਾਰੇ ਪਾਸੇ ਜਿੰਨੇ 3 ਪਾਸੇ ਨੇ ਗਾਜ਼ਾ ਪੱਟੀ ਦੇ, ਜਿੱਥੇ ਕਿ ਇਜ਼ਰਾਈਲ ਦਾ ਕੰਟਰੋਲ ਹੈ। ਇਜ਼ਰਾਈਲ ਨੇ ਉਹਨਾਂ ਨੂੰ ਸਮੁੰਦਰ ਵਾਲੇ ਪਾਸਿਓਂ ਵੀ ਘੇਰਿਆ ਹੋਇਆ। ਸਾਡੀ ਟੀਮ ਦੀ ਜਾਂ ਸਾਡੀ ਇਹ ਸਮਝ ਇਸ ਮਾਮਲੇ ਦੇ ਵਿੱਚ ਦੋਸਤੋ, ਇਹ ਜੋ ਮਸਲਾ ਜੋ ਤਾਜ਼ਾ ਤਰੀਨ ਹੋਇਆ, ਇਹ ਸਿਰਫ ਸਿਆਸੀ ਮਸਲਾ ਨਹੀਂ, ਇਹ ਨਾਲ ਨਾਲ ਹਿਊਮਨ ਬਿਹੇਵੀਅਰ ਕ੍ਰਾਈਸਿਸ ਵੀ ਹੈ। ਸੋ ਸਾਡੀ ਸ਼ਾਂਤੀ ਦੀ ਅਰਦਾਸ ਹੈ ਕਿ ਖਿੱਤੇ ਦੇ ਵਿੱਚ ਛੇਤੀ ਤੋਂ ਛੇਤੀ ਸ਼ਾਂਤੀ ਬਹਾਲ ਹੋਵੇ, ਤਾਂ ਕਿ ਮਨੁੱਖਤਾ ਦਾ ਜੋ ਘਾਣ ਆ ਉਹ ਛੇਤੀ ਤੋਂ ਛੇਤੀ ਬੰਦ ਹੋਵੇ। ਗਾਜ਼ਾ ਪੱਟੀ ਦੇ ਇਜ਼ਰਾਈਲ ਦੇ ਮਾਮਲਿਆਂ ਤੋਂ ਸਾਰੇ ਪਾਸੇ ਖਬਰਾਂ ਆ ਰਹੀਆਂ ਨੇ। ਕੋਈ ਵੀ ਬੰਦਾ ਹੁਣ ਇਸ ਮਾਮਲੇ ਬਾਰੇ ਅਣਜਾਣ ਨਹੀਂ ਹੈ।
ਪਰ ਫਿਲਹਾਲ ਸਾਨੂੰ ਭਲੇ ਦੀ ਅਰਦਾਸ ਅਤੇ ਇੱਕ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਜੋ ਕਿ ਕਿਤੇ ਵੀ ਹੋ ਰਹੇ ਜ਼ੁਲਮ ਦੇ ਖਿਲਾਫ ਹੀ ਹੋਣੀ ਚਾਹੀਦੀ ਹੈ।